आप लिहो तुम कथा सुधारी। वाहिगुरु साहिब जी। दोहरा पयो दुपहरा लरत बहो, रात जामते जंग, तीन पहर मह हन दई, सैना सहत तुरंग। वाहिगुरु जी का खालसा, वाहिगुरु जी की फतेह। सतगुਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਪਵਿੱਤਰ ਹਜ਼ੂਰੀ 'ਚ ਸੰਧਿਆ ਦੇ ਦੀਵਾਨ ਸਜੇ ਨੇ। ਆਪ ਜੀ ਨੇ ਅੰਮ੍ਰਿਤਮਈ ਗੁਰੂ ਕੀ ਬਾਣੀ ਦੇ ਪਾਠ ਕੀਰਤਨ ਸਰਵਣ ਕੀਤੇ ਹਨ। ਆਓ ਹੁਣ ਛੇਵੇਂ ਪਾਤਸ਼ਾਹ ਜੀ ਦੇ ਪਾਵਨ ਇਤਿਹਾਸ ਦੀ ਕਥਾ ਨਾਲ ਜੁੜ ਜਾਈਏ। ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਹਿਲੀ ਜੰਗ ਜਿੱਤ ਲਈ ਹੈ। ਮੁਖਲਿਸ ਖਾਂ ਜਰਨੈਲ 7000 ਫੌਜ ਲੈ ਕੇ ਆਇਆ ਸੀ। ਆਪਣੇ ਵੱਡੇ ਜਰਨੈਲਾਂ ਸਮੇਤ ਬੜੀ ਬਹਾਦਰੀ ਨਾਲ ਲੜਦਾ ਹੋਇਆ ਮਹਾਰਾਜ ਛੇਵੇਂ ਪਾਤਸ਼ਾਹ ਦੇ ਹੱਥੋਂ ਵੀਰਗਤੀ ਨੂੰ ਪ੍ਰਾਪਤ ਹੋਇਆ। ਮਹਾਰਾਜ ਸਾਹਿਬ ਤੇ ਮੁਗਲਿਸ ਖਾਂ ਨੇ 2 ਵਾਰ ਕੀਤੇ। ਪਹਿਲਾ ਵਾਰ ਉਹਨੇ ਝਕਾਨੀ ਦੇ ਕੇ ਲੱਤਾਂ ਦੇ ਉੱਤੇ ਕੀਤਾ, ਦਿਖਾਇਆ ਉਹਨੇ ਸਿਰ ਦਾ ਸੀ, ਮਾਰਿਆ ਉਹਨੇ ਪੈਰਾਂ ਦੇ ਵਿੱਚ। ਪਰ ਸਤਿਗੁਰੂ ਛਾਲ ਮਾਰ ਗਏ, ਇਸ ਕਰਕੇ ਉਹਦਾ ਵਾਰ ਥੱਲਿਓਂ ਦੀ ਖਾਲੀ ਲੰਘ ਗਿਆ। ਨਾਲ ਲੱਗਦਾ ਹੀ ਉਹਨੇ ਦੂਜਾ ਵਾਰ ਸੀਸ ਦਾ ਕੀਤਾ, ਜਿਹੜਾ ਸਤਿਗੁਰਾਂ ਨੇ ਢਾਲ 'ਤੇ ਰੋਕ ਕੇ ਤੇ ਭਰਵਾਂ ਵਾਰ ਤਲਵਾਰ ਦਾ ਕੀਤਾ। ਚੀਰ ਮਾਰਿਆ ਸਤਿਗੁਰਾਂ ਨੇ, ਜਿਹੜੀ ਖੱਬੀ ਵੱਖੀ ਤੋਂ ਚੀਰ ਕੇ ਉਹਦੇ ਸੱਜੇ ਮੋਢੇ ਵੱਲ ਕੱਢ ਦਿੱਤਾ। ਇੱਕ ਬਾਂਹ ਉਹਦੀ ਮੋਢੇ ਸਮੇਤ ਤੇ ਸਿਰ ਇੱਕ ਪਾਸੇ ਹੋ ਗਿਆ, 2 ਲੱਤਾਂ ਧੜ, ਇੱਕ ਸੱਜੀ ਬਾਂਹ ਇੱਕ ਪਾਸੇ ਹੋ ਗਈ। ਇੱਦਾਂ 2 ਟੋਟੇ ਕਰਤਾ ਸਤਿਗੁਰੂ ਜੀ ਨੇ। ਔਰ ਸਾਧ ਸੰਗਤ ਜੀ, ਗੁਰੂ ਕੇ ਸਿੱਖਾਂ ਨੇ ਬਾਕੀ ਫੌਜ ਨੂੰ ਨਿਬੇੜ ਦਿੱਤਾ। ਜਿਹੜੇ ਭੱਜ ਗਏ, ਹਥਿਆਰ ਸੁੱਟ ਕੇ ਗਏ ਤੇ ਗੁਰੂ ਸਾਹਿਬ ਜੰਗ ਫਤਿਹ ਕਰ ਲਿਆ। ਦੁਪਹਿਰਾ ਢਲ ਗਿਆ। ਲਗਭਗ 9 ਘੰਟੇ ਲਗਾਤਾਰ ਲੜਾਈ ਹੋਈ ਹੈ। ਇੱਕ ਪਹਿਰ ਰਾਤ ਰਹਿੰਦੀ ਜੰਗ ਸ਼ੁਰੂ ਹੋਇਆ ਸੀ ਅੰਮ੍ਰਿਤ ਵੇਲੇ ਤੋਂ 2:30 ਵਜੇ 3 ਵਜੇ, ਤੇ ਹੁਣ ਦੁਪਹਿਰ ਦੇ 12-1 ਵਜੇ ਦਾ ਸਮਾਂ ਹੈ। ਦੁਪਹਿਰਾ ਢਲ ਗਿਆ ਹੈ। ਸੋ ਉਹ ਕਥਾ ਕਵੀਰਾਜ ਭਾਈ ਸੰਤੋਖ ਸਿੰਘ ਸਾਹਿਬ ਜੀ ਲਿਖ ਰਹੇ ਨੇ। ਛੇਵੇਂ ਪਾਤਸ਼ਾਹ ਦੇ ਇਤਿਹਾਸ ਨਾਲ ਜੁੜੀਏ। ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਪयो ਦੁਪਹਿਰਾ ਲਰਤ ਬਹੋ। ਸਾਧ ਸੰਗਤ ਜੀ, ਇੱਦਾਂ ਯੁੱਧ ਕਰਦਿਆਂ ਦੁਪਹਿਰ ਦਾ ਸਮਾਂ ਹੋ ਗਿਆ ਸਤਿਗੁਰੂ ਪਾਤਸ਼ਾਹ ਜੀ ਨੂੰ। ਰਾਤ ਜਾਮ ਤੇ ਜੰਗ, ਔਰ ਪਹਿਰ ਰਾਤ ਰਹਿੰਦੀ ਤੋਂ ਜੰਗ ਸ਼ੁਰੂ ਹੋਇਆ ਸੀ। 3 ਪਹਿਰ ਮਹ ਹਨ ਦਈ। 3 ਪਹਿਰ ਲਗਭਗ 9 ਘੰਟੇ ਬਣਦੇ ਨੇ। ਇਹਨਾਂ 9-10 ਘੰਟਿਆਂ ਵਿੱਚ ਹੀ ਗੁਰੂ ਸਾਹਿਬ ਨੇ ਖਤਮ ਕਰ ਦਿੱਤੀ ਦੁਸ਼ਮਣ ਦੀ ਫੌਜ ਸਾਰੀ। ਸੈਨਾ ਸਹਿਤ ਤੁਰੰਗ, ਸਣੇ ਘੋੜਿਆਂ ਦੇ ਫੌਜ ਮਾਰ ਦਿੱਤੀ ਹੈ। 7000 ਫੌਜ ਖਪਾ ਕੇ ਰੱਖ ਦਿੱਤੀ ਹੈ ਤੁਰਕਾਂ ਦੀ। ਚੌਪਈ ਵਿਚਰੇ ਸਤਿਗੁਰ ਰਣ ਥਲ ਹੇਰਾ। ਜਦੋਂ ਜੰਗ ਫਤਿਹ ਹੋ ਗਿਆ, ਮੁਗਲਿਸ ਖਾਂ ਨੂੰ ਸਤਿਗੁਰੂ ਜੀ ਨੇ ਤੇਗ ਨਾਲ ਝਟਕ ਦਿੱਤਾ ਤੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਮੈਦਾਨੇ ਜੰਗ ਵਿੱਚ ਆਪ ਜੰਗ ਦਾ ਨਜ਼ਾਰਾ ਦੇਖਣ ਗਏ ਹਨ। ਸ਼੍ਰੋਣ ਮਾਸ ਤੇ ਭੀਮ ਕਨੇਰਾ। ਕਹਿੰਦੇ ਲਹੂ ਮਾਸ ਦਾ ਗਾਰਾ ਬਣਿਆ ਹੋਇਆ, ਥਾਂ ਥਾਂ ਤੇ ਲਹੂ ਦੀਆਂ ਨਦੀਆਂ ਚੱਲ ਰਹੀਆਂ ਨੇ। ਮਾਸ ਦੇ ਚੀਥੜੇ ਪਏ ਹੋਏ ਨੇ ਤੇ ਕੁੱਤਿਆਂ ਨੇ ਕਈ ਲਾਸ਼ਾਂ ਖਾ ਲਈਆਂ ਨੇ। ਇੱਲਾਂ ਨੇ ਚੂੰਡ ਛੱਡੀਆਂ ਨੇ, ਕਾਵਾਂ ਨੇ ਚੂੰਡ ਛੱਡੀਆਂ ਨੇ। ਉਹ ਬੜਾ ਡਰਾਉਣਾ ਸੀਨ ਹੈ ਜੰਗ ਦੇ ਮੈਦਾਨ ਦਾ। ਲੋਥ ਹੈ ਪਰ ਲੋਥ ਹੈ ਬਹੁ ਪਰੀ। ਲਾਸ਼ਾਂ ਦੇ ਉੱਤੇ ਲਾਸ਼ਾਂ ਪਈਆਂ ਹਨ, ਘੋੜਿਆਂ ਦੇ ਥੱਲੇ ਬੰਦੇ ਦੱਬੇ ਪਏ ਹਨ, ਉੱਤੇ ਘੋੜੇ ਮਰੇ ਪਏ ਹਨ। ਕਿਤੇ ਜਵਾਨ ਉੱਪਰ ਤੇ ਘੋੜਾ ਥੱਲੇ, ਕਿਤੇ ਜਵਾਨ ਥੱਲੇ ਤੇ ਘੋੜਾ ਉੱਤੇ।
ਇਸ ਤਰ੍ਹਾਂ ਸੂਰਮਿਆਂ ਦੀਆਂ ਲਾਸ਼ਾਂ ਗੁੱਥਮ ਗੁੱਥਾ ਹੋਈਆਂ ਪਈਆਂ ਹਨ। ਸਹਿਤ ਹਿਅਨ ਬੜ ਸੈਨਾ ਮਰੀ। ਕਹਿੰਦੇ ਸਵਾਰਾਂ ਸਮੇਤ ਘੋੜੇ ਘੋੜਿਆਂ ਸਵੇਰ ਸਵਾਰ ਮਰੇ ਹਨ ਜੰਗ ਦੇ ਮੈਦਾਨ ਵਿੱਚ ਬਹੁਤ ਜ਼ਿਆਦਾ। ਇਤ ਉਤ ਫਿਰ ਸਭ ਦੇਖਤ ਭਏ। ਮਹਾਰਾਜ ਜੀ ਛੇਵੇਂ ਪਾਤਸ਼ਾਹ ਜੀ ਆਪ ਘੋੜੇ ਤੇ ਸਵਾਰ ਹੋ ਕੇ ਇਸ ਜੰਗ ਦੇ ਮੈਦਾਨ ਵਿੱਚ ਗਏ ਹਨ ਤੇ ਸਾਰੀ ਹਾਲਾਤ ਆਪਣੀ ਅੱਖਾਂ ਨਾਲ ਤੱਕੀ ਹੈ। ਬਹਰ ਲੋਹਗੜ ਕੋ ਗੁਰ ਗਏ। ਜੰਗ ਫਤਿਹ ਕਰਕੇ ਸਾਰਾ ਹਾਲਾਤ ਵੇਖ ਕੇ ਤੇ ਵਾਪਸ ਲੋਹਗੜ ਕਿਲੇ ਵੱਲ ਆ ਗਏ ਛੇਵੇਂ ਪਾਤਸ਼ਾਹ ਜੀ। ਤਹਾਂ ਸਿੱਖ ਜੇ ਮਰੇ ਨਿਹਾਰੇ। ਉੱਥੇ ਜਿਹੜੇ ਸਿੱਖ ਸ਼ਹੀਦ ਹੋਏ ਪਏ ਉਹ ਵੀ ਵੇਖੇ। ਉਹ 25 ਸਿੱਖ ਸਨ ਜਿਹੜੇ ਰਾਤ ਪਹਿਲਾਂ ਮੋਰਚਾ ਸੰਭਾਲੀ ਬੈਠੇ। ਆਉਂਦੀ ਹੋਈ ਤੁਰਕਾਂ ਦੀ ਫੌਜ ਉੱਤੇ ਜਿਨ੍ਹਾਂ ਨੇ ਲੱਕੜ ਦੀ ਤੋਪ ਚਲਾਈ ਸੀ ਉਹਨਾਂ ਸਿੱਖਾਂ ਦੇ ਸ਼ਹੀਦ ਹੋਏ ਸਰੀਰ ਵੇਖੇ ਹਨ। ਵਿਧੀ ਚੰਦ ਸੋ ਬਾਕ ਉਚਾਰੇ। ਤੇ ਮਹਾਰਾਜ ਆਪਣੇ ਸਿੱਖਾਂ ਵਿੱਚੋਂ ਸ਼੍ਰੋਮਣੀ ਜਰਨੈਲ ਬਾਬਾ ਵਿਧੀ ਚੰਦ ਸਾਹਿਬ ਨੂੰ ਮਹਾਰਾਜ ਕਹਿਣ ਲੱਗੇ, ਹਿਆ ਦੇਹ ਬੰਦ ਲਿਹੋ ਨਰ ਸੰਗ। ਮਹਾਰਾਜ ਕਹਿਣ ਲੱਗੇ, ਭਾਈ ਵਿਧੀ ਚੰਦ ਜੀ ਘੋੜਾ ਬੰਨ੍ਹ ਦਿਓ ਆਪਣਾ ਤੇ ਸਿੱਖਾਂ ਦੀ ਫੌਜ ਵਿੱਚੋਂ ਸਿੰਘਾਂ ਨੂੰ ਯੋਧਿਆਂ ਨੂੰ ਨਾਲ ਲੈ ਲਵੋ, ਸੰਗਤ ਨੂੰ ਲੈ ਲਵੋ ਨਾਲ। ਮਰੇ ਸਿੱਖ ਪਟ ਕਰ ਕਰ ਜੰਗ। ਜਿਹੜੇ ਸਿੰਘ ਗੁਰੂ ਦੇ ਲਾਲ ਗੁਰੂ ਦੇ ਪਿਆਰੇ ਯੋਧੇ ਦੁਸ਼ਮਣਾਂ ਨਾਲ ਯੁੱਧ ਕਰ ਕਰਕੇ ਸ਼ਹੀਦ ਹੋ ਗਏ ਹਨ। ਸਭਨ ਕੀ ਲਿਹੋ ਲੋਥ ਉਟਾਈ। ਉਹਨਾਂ ਸ਼ਹੀਦਾਂ ਸਿੱਖਾਂ ਦੀਆਂ ਲਾਸ਼ਾਂ ਉਹਨਾਂ ਦੇ ਪਾਵਨ ਪਵਿੱਤਰ ਸਰੀਰ ਚੁੱਕ ਲਵੋ। ਇੱਕ ਥਲ ਕਰੋ ਮ੍ਰਿਤਕ ਸਮੁਦਾਈ। ਔਰ ਸਾਰੇ ਸ਼ਹੀਦਾਂ ਨੂੰ ਇੱਕ ਥਾਂ ਤੇ ਇਕੱਠੇ ਕਰ ਲਓ। ਸਾਰੇ ਸ਼ਹੀਦਾਂ ਦਾ ਸੰਸਕਾਰ ਇੱਕ ਥਾਂ ਤੇ ਕੀਤਾ ਜਾਏਗਾ। ਇਹ ਮਹਾਰਾਜ ਨੇ ਪਰੰਪਰਾ ਚਲਾਈ ਸੀ। ਉਦੋਂ ਤੋਂ ਅੱਜ ਤਾਈਂ ਚਲੀ ਆਉਂਦੀ ਆ ਵੀ ਜਦੋਂ ਸਿੰਘ ਕਿਤੇ ਇਕੱਠੇ ਸ਼ਹੀਦ ਹੋ ਜਾਂਦੇ ਜੰਗ ਕਰਦੇ ਹੋਏ ਉਹਨਾਂ ਦੇ ਸੰਸਕਾਰ ਇਕੱਠੇ ਹੁੰਦੇ ਆ। ਜਦੋਂ ਬਾਬੇ ਬੰਦੇ ਬਹਾਦਰ ਨੇ ਸਰਹੰਦ ਫਤਿਹ ਕੀਤੀ 6-7 ਹਜ਼ਾਰ ਸਿੰਘ ਸ਼ਹੀਦ ਹੋਏ। ਉਹਨਾਂ ਦਾ ਸੰਸਕਾਰ ਇੱਕੋ ਥਾਂ ਤੇ ਫਤਿਹਗੜ੍ਹ ਸਾਹਿਬ ਸ਼ਹੀਦਾਂ ਸਿੰਘਾਂ ਦੇ ਗੁਰੂ ਮਹਾਰਾਜ ਦੇ ਸਾਹਿਬਜ਼ਾਦਿਆਂ ਦੇ ਚਰਨਾਂ ਵਿੱਚ ਹੀ ਕੀਤਾ ਸੀ। ਉੱਥੇ ਨਾਲ ਹੀ ਸ਼ਹੀਦਗੰਜ ਬਣਿਆ ਹੋਇਆ। ਮਾਤਾ ਜੀ ਦੇ ਬੁਰਜ ਤੇ ਫਤਿਹਗੜ੍ਹ ਸਾਹਿਬ ਦੇ ਵਿਚਕਾਰ ਉਹ ਬਿਲਡਿੰਗ ਉਹ ਸਥਾਨ ਗੁਰੂ ਘਰ ਮੌਜੂਦ ਹੈ। ਇਸੇ ਤਰ੍ਹਾਂ ਹੋਰ ਬੜੇ ਸਥਾਨਾਂ ਤੇ ਸ਼ਹੀਦਾਂ ਸਿੰਘਾਂ ਦੇ ਅੰਗੀਠੇ 40 ਮੁਕਤਿਆਂ ਦਾ ਅੰਗੀਠਾ ਇਕੱਠਾ ਹੀ ਸ੍ਰੀ ਮੁਕਤਸਰ ਸਾਹਿਬ ਵਿਖੇ ਵੱਡੇ ਦਰਬਾਰ ਦੇ ਪਿਛਲੇ ਪਾਸੇ ਬਣਿਆ ਹੋਇਆ ਹੈ। ਇਸੇ ਤਰ੍ਹਾਂ 6000 ਸਿੰਘ ਬਾਬਾ ਮਿੱਤ ਸਿੰਘ ਜੀ, ਨਿਹੰਗ ਸਿੰਘ 6000 ਸਿੰਘ ਜਿਹੜੇ ਮੇਰਠ ਦੇ ਇਲਾਕੇ 'ਚ ਨਜੀਬ ਖਾਂ ਰੁਹੇਲੇ ਦੀ ਫੌਜ ਨਾਲ ਅਬਦਾਲੀ ਦੀ ਫੌਜ ਨਾਲ ਲੜਦੇ ਸ਼ਹੀਦ ਹੋ ਗਏ। ਉਹਨਾਂ ਦੇ ਸੀਸ 18 ਗੱਡੇ ਭਰ ਕੇ ਸਾਧ ਸੰਗਤ ਜੀ ਜਾਨ ਖਾਂ 18 ਗੱਡੇ ਭਰ ਕੇ ਉੱਥੋਂ ਸ਼ਾਮਲੀ ਹੈ ਸਹਾਰਨਪੁਰ ਮੇਰਠ ਦੇ ਇਲਾਕੇ ਸ਼ਾਮਲੀ, ਉੱਥੋਂ ਲੈ ਕੇ ਅਬਦਾਲੀ ਮਾਛੀਵਾੜੇ ਬੈਠਾ ਸੀ ਉਹਨੂੰ ਦਿਖਾਉਣ ਵਾਸਤੇ ਤੁਰ ਪਏ। ਜਦੋਂ ਅੰਬਾਲੇ ਦੇ ਲਾਗੋਂ ਘੱਗਰ ਤੋਂ ਟੱਪਣ ਲੱਗੇ ਤਾਂ ਉੱਥੇ ਘੱਗਰ ਸਰਾਂ ਵਿੱਚ ਉਹਨਾਂ ਨੇ ਰਾਤ ਡੇਰਾ ਕੀਤਾ। ਜਬ ਦਲ ਗੱਡੇ ਲੰਘ ਤੁਰੇ ਘੱਗਰ ਹੂਤੀ ਸਰਾਏ, ਤਬ ਸਿੰਘਨ ਕੇ ਦਲ ਬੜੇ ਸੁਨੀ ਅਵਾਈ ਆਏ। ਜਦੋਂ ਉੱਥੇ ਇਹਨਾਂ ਸ਼ਹੀਦਾਂ ਦੇ ਸੀਸ 18 ਗੱਡੇ ਸਿਰਾਂ ਦੇ 6000 ਸਿਰ ਸਨ, ਸੀਸ ਸਨ ਸਿੰਘਾਂ ਸ਼ਹੀਦਾਂ ਦੇ, ਉਹ ਲਈ ਜਾਂਦੇ ਸੀ ਅਬਦਾਲੀ ਕੋਲੋਂ ਇਨਾਮ ਲੈਣ ਵਾਸਤੇ। ਉਹ ਸਿੰਘਾਂ ਦੇ ਵੱਡੇ ਦਲ ਬੁੱਢੇ ਦਲ ਨੂੰ ਤਰਨੇ ਦਲ ਨੂੰ ਖਬਰ ਮਿਲ ਗਈ। ਉਹਨਾਂ ਨੇ ਹੱਲਾ ਕਰਕੇ ਉਹ ਸਾਰੇ ਸਿੰਘਾਂ ਦੇ ਸੀਸ ਖੋਹ ਲਏ ਤੇ ਉੱਥੇ ਸੰਸਕਾਰ ਕੀਤਾ। ਜੋ ਗੁਰੂ ਘਰ ਗੁਰਦੁਆਰਾ ਸ਼ਹੀਦਗੰਜ ਸਾਹਿਬ ਅੱਜ ਮੌਜੂਦ ਹੈ। ਸ਼ਹੀਦਗੰਜ ਇਮ ਊਹਾਂ ਕਹਾਵੈ, ਚਾੜ੍ਹੈ ਚੜ੍ਹਾਵਾ ਸੋ ਸੁਖ ਪਾਵੈ। ਜਿਹੜੀ ਵੀ ਉੱਥੇ ਅਰਦਾਸ ਕਰੀਏ ਸ਼ਹੀਦਾਂ ਦੇ ਚਰਨਾਂ 'ਚ ਪੂਰੀ ਹੁੰਦੀ ਹੈ। ਪੰਥ ਪ੍ਰਕਾਸ਼ ਵਿੱਚ ਗਿਆਨੀ ਰਤਨ ਸਿੰਘ ਕਥਾ ਲਿਖੀ ਹੈ। ਇਸੇ ਤਰ੍ਹਾਂ ਹੋਰ ਵੀ ਬੜੇ ਅਸਥਾਨ ਨੇ ਜਿੱਥੇ ਮਹਾਰਾਜ ਦੀ ਸਿੰਘਾਂ ਸ਼ਹੀਦਾਂ ਦੀ ਇਕੱਠੀ ਸੰਸਕਾਰ ਦੀ ਮਰਜ਼ਾਦਾ ਹੋਈ। ਜਿਵੇਂ 13 ਸਿੰਘ ਨਿਰੰਕਾਰੀਆਂ ਨੇ ਸ਼ਹੀਦ ਕੀਤੇ 1978 ਦੀ ਵਿਸਾਖੀ ਵਾਲੇ ਦਿਨ। ਭਾਈ ਸਾਹਿਬ ਭਾਈ ਫੌਜਾ ਸਿੰਘ ਜੀ, ਭਾਈ ਪਿਆਰਾ ਸਿੰਘ ਜੀ, ਭਾਈ ਰਘਬੀਰ ਸਿੰਘ ਜੀ, ਭਾਈ ਕੇਵਲ ਸਿੰਘ ਜੀ, ਇਹ 13 ਸਿੰਘ ਉੱਥੇ ਸ਼ਹੀਦ ਹੋਏ। ਉਹਨਾਂ ਦਾ ਸੰਸਕਾਰ ਵੀ ਇਕੱਠਾ ਹੀ ਕੀਤਾ ਗਿਆ।
ਇਹ ਮਰਿਆਦਾ ਕਿੱਥੋਂ ਚੱਲੀ ਹੈ? ਕਈ ਸੱਜਣ ਸ਼ੰਕਾ ਕਰਦੇ ਨੇ। ਤੋ ਇੱਥੇ ਹੁਣ ਜਵਾਬ ਮਿਲ ਰਿਹਾ ਵੀ ਇਹ 6ਵੇਂ ਪਾਤਸ਼ਾਹ ਤੋਂ ਚੱਲੀ ਹੈ। ਮਹਾਰਾਜ ਕਹਿੰਦੇ ਸਾਰੇ ਸ਼ਹੀਦਾਂ ਦਾ ਸੰਸਕਾਰ ਇਕੱਠਾ ਹੀ ਕਰਾਂਗੇ। ਹੁਕਮ ਪਾਏ ਵਿਧੀਏ ਤਤਕਾਲ, ਮਹਾਰਾਜ ਦਾ ਹੁਕਮ ਪਾ ਕੇ ਬਾਬਾ ਬਿਧੀ ਚੰਦ ਜੀ ਨੇ ਲੈ ਮਾਨਵ ਗਨ ਆਪਣੇ ਨਾਲ ਬਹੁਤ ਸਾਰੇ ਸਿੱਖਾਂ ਨੂੰ ਲੈ ਲਿਆ ਤੇ ਸ਼ਹੀਦਾਂ ਸਿੰਘਾਂ ਦੀਆਂ ਲੋਥਾਂ ਮੈਦਾਨੇ ਜੰਗ 'ਚੋਂ ਚੁਣਨੀਆਂ ਸ਼ੁਰੂ ਕਰ ਦਿੱਤੀਆਂ। ਜਹ ਕਹਤੇ ਸਿੱਖ ਆਪਣੇ ਪਹਿਲੇ, ਬਾਬਾ ਬਿਧੀ ਚੰਦ ਜੀ ਨੇ ਸਭ ਤੋਂ ਪਹਿਲਾਂ ਆਪਣੇ ਸਾਥੀਆਂ ਦੇ ਸਰੀਰ ਚੁੱਕੇ ਸ਼ਹੀਦਾਂ ਸਿੰਘਾਂ ਦੇ, ਮਰੇ ਮਿਲੇ ਗਨ ਤੁਰਕ ਵਿਸਾਲੇ, ਔਰ ਵਿੱਚ ਤੁਰਕ ਵੀ ਬੜੇ ਮਰੇ ਪਏ ਸਨ, ਉਹਨਾਂ ਨੂੰ ਵੱਖਰੇ ਕੀਤਾ ਤੇ ਸਿੱਖਾਂ ਦੇ ਸਰੀਰ ਸ਼ਹੀਦਾਂ ਦੇ ਵੱਖਰੇ ਕੀਤੇ। ਜਿਸ ਥਲ ਗੁਰ ਕੇ ਮਹਿਲ ਬਿਲੰਦ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਕਹਿੰਦੇ ਸੰਸਕਾਰ ਕਿੱਥੇ ਕਰਨਾ? ਭਾਈ ਬਿਧੀ ਚੰਦ ਕਹਿੰਦੇ ਮਹਾਰਾਜ ਆਪ ਜੀ ਦੱਸੋ। ਮਹਾਰਾਜ ਕਹਿੰਦੇ ਸਾਡੇ ਘਰ ਦੇ ਕੋਲ ਸੰਸਕਾਰ ਕਰਨਾ ਸਾਡੇ ਸ਼ਹੀਦਾਂ ਦਾ। ਕਿੰਨਾ ਮਾਣ ਦਿੰਦੇ ਸੀ ਮਹਾਰਾਜ ਸ਼ਹੀਦਾਂ ਨੂੰ। ਸਾਧ ਸੰਗਤ ਜੀ, ਅਸੀਂ ਆਪਣੇ ਘਰ ਦੇ ਜੀ ਦਾ ਵੀ ਸੰਸਕਾਰ ਘਰ ਦੇ ਕੋਲ ਨਹੀਂ ਕਰਦੇ, ਦੂਰ ਕਰਦੇ ਹਾਂ। ਵੀ ਘਰ ਦੇ ਕੋਲ ਮੁਰਦਾ ਨਹੀਂ ਫੂਕਣਾ, ਪਰ ਸ਼ਹੀਦ ਮੁਰਦੇ ਨਹੀਂ ਹੁੰਦੇ, ਸ਼ਹੀਦ ਜਿਉਂਦੇ ਹੁੰਦੇ, ਸਦਾ ਹੀ ਜਿਉਂਦੇ ਰਹਿੰਦੇ। ਮਹਾਰਾਜ ਕਹਿੰਦੇ ਸਾਡੇ ਘਰ ਦੇ ਲਾਗੇ ਸੰਸਕਾਰ ਕਰੋ, ਅਸੀਂ ਜਦੋਂ ਵੀ ਘਰੋਂ ਨਿਕਲਿਆ ਕਰਾਂਗੇ ਸ਼ਹੀਦਾਂ ਦੇ ਦਰਸ਼ਨ ਕਰਿਆ ਕਰਾਂਗੇ। ਸਾਧ ਸੰਗਤ ਜੀ, ਮਹਾਰਾਜ ਆਪਣੇ ਸ਼ਹੀਦਾਂ ਨੂੰ ਕਿੰਨਾ ਮਾਣ ਦਿੰਦੇ। ਆਪਣੇ ਘਰ ਦੇ ਕੋਲ ਮੰਗਾ ਲਈਆਂ ਸਾਰੀਆਂ ਲਾਸ਼ਾਂ। ਹਾਂਜੀ, ਤਹ ਇਕੱਠੀ ਕਰ ਲੈਥੋ ਬ੍ਰਿੰਦ, ਸ਼ਹੀਦਾਂ ਸਿੰਘਾਂ ਦੇ ਪਵਿੱਤਰ ਸਰੀਰ ਉੱਥੇ ਇਕੱਠੇ ਕਰ ਗਏ। ਹੇਤ ਵਿਆਹ ਕੋ ਕਾਸ਼ਟ ਪਰਿਓ, ਜਿਹੜਾ ਵਿਆਹ ਵਾਸਤੇ ਲੱਕੜ ਬਾਲਣ ਇਕੱਠਾ ਕੀਤਾ ਸੀ ਨਾ, ਬੀਬੀ ਬੀਰੋ ਦੇ ਵਿਆਹ ਤੇ ਲੰਗਰ ਪਕਾਵਾਂਗੇ, ਬੜਾ ਬਾਲਣ ਇਕੱਠਾ ਹੋਇਆ ਸੀ ਬੇਟੀ ਦੇ ਵਿਆਹ ਵਾਸਤੇ। ਉਹ ਵਿਆਹ ਵਾਲਾ ਬਾਲਣ ਜਿਹੜਾ ਸ਼ਹੀਦਾਂ ਦੇ ਸੰਸਕਾਰ ਦੇ ਕੰਮ ਆਇਆ। ਹਾਂਜੀ, ਸੋ ਸਭ ਲੈ ਕਰ ਤਿਸ ਥਲ ਧਰਿਓ, ਉਹ ਸਾਰਾ ਬਾਲਣ ਇੱਕ ਥਾਂ ਤੇ ਚਿਣ ਦਿੱਤਾ ਗਿਆ। ਵੱਡਾ ਸਾਰਾ ਅੰਗੀਠਾ ਤਿਆਰ ਕਰ ਲਿਆ, ਵੱਡੀ ਚਿਖਾ ਇਕੱਠੀ ਚਿਣ ਦਿੱਤੀ। ਮਹਾਰਾਜ 6ਵੇਂ ਪਾਤਸ਼ਾਹ ਜੀ ਆਪ ਕੋਲ ਖੜੇ ਹੈ। ਕੋਈ ਸਿੱਖ ਲਾਸ਼ਾਂ ਲਿਆ ਰਹੇ ਨੇ ਸ਼ਹੀਦਾਂ ਦੀਆਂ, ਤੇ ਕੋਈ ਉੱਥੇ ਮਹਾਰਾਜ ਦੇ ਕੋਲ ਖੜ ਕੇ ਸ਼ਹੀਦਾਂ ਦਾ ਅੰਗੀਠਾ ਤਿਆਰ ਕਰ ਰਹੇ ਨੇ। ਆਪ ਗੁਰੂ ਬੈਠੇ ਤਿਸ ਥਾਨ, ਆਪ ਗੁਰੂ ਸਾਹਿਬ ਕੋਲ ਬੈਠੇ ਬਾਣੀ ਪੜ੍ਹੀ ਜਾਂਦੇ ਐ। ਆਨ ਆਨ ਧਰਮ ਮ੍ਰਿਤਕ ਮਹਾਨ, ਤੇ ਲਿਆ ਕੇ ਸ਼ਹੀਦਾਂ ਸਿੰਘਾਂ ਦੇ ਪਵਿੱਤਰ ਸਰੀਰ ਬਾਬਾ ਬਿਧੀ ਚੰਦ ਜੀ ਰੱਖੀ ਜਾਂਦੇ ਆ। ਕਿਉਂਕਿ ਇੱਕ ਦੋ ਸਿੱਖ ਤਾਂ ਨਹੀਂ, ਸੈਂਕੜੇ ਸਿੱਖ ਸ਼ਹੀਦ ਹੋਏ ਨੇ। ਉਹਨਾਂ ਸੈਂਕੜੇ ਸਿੱਖਾਂ ਦੇ ਪਵਿੱਤਰ ਸਰੀਰ ਗੁਰੂ ਮਹਾਰਾਜ ਦੇ ਕੋਲ ਲਿਆ ਕੇ ਇੱਕ ਲਾਈਨ ਲਾਈ ਜਾ ਰਹੇ ਨੇ। ਹਾਂਜੀ, ਮੋਹਨ ਸਹਤ ਗੋਪਾਲਾ ਦੋਏ, ਇਹਨਾਂ ਵਿੱਚੋਂ ਗੁਰੂ ਦੀ ਫੌਜ ਦੇ ਦੋ ਵੱਡੇ ਯੋਧੇ ਭਾਈ ਮੋਹਨ ਜੀ ਤੇ ਭਾਈ ਗੋਪਾਲਾ ਜੀ ਸਿਸਕਤ ਪਰੇ ਉਠਾਏ ਸੋਏ, ਅਜੇ ਸਵਾਸ ਨਹੀਂ ਨਿਕਲੇ, ਸਿਸਕ ਰਹੇ ਹਨ। ਜਿਵੇਂ ਸਾਹ ਚੱਲ ਰਿਹਾ, ਪਰ ਸਰੀਰ ਦੇ ਵਿੱਚ ਹੁਣ ਅਖੀਰਲਾ ਸਵਾਸ ਕਹਿ ਲਓ, 5-10 ਮਿੰਟਾਂ ਨੂੰ ਜਾਨ ਨਿਕਲ ਜਾਣੀ ਹੈ। ਇਹੋ ਜਿਹੀ ਹਾਲਤ ਹੈ, ਅਜੇ ਜਾਨ ਨਿਕਲੀ ਨਹੀਂ, ਸਰੀਰ ਦੇ ਵਿੱਚੋਂ ਪ੍ਰਾਣ ਪੰਖੇਰੂ ਉੱਡੇ ਨਹੀਂ। ਤੇ ਉਹਨਾਂ ਨੂੰ ਸਿਸਕਦਿਆਂ ਹੋਇਆਂ ਨੂੰ ਭਾਈ ਮੋਹਨ ਤੇ ਭਾਈ ਗੋਪਾਲੇ ਨੂੰ ਬਾਬਾ ਬਿਧੀ ਚੰਦ ਜੀ ਚੁਕਵਾ ਕੇ 6ਵੇਂ ਪਾਤਸ਼ਾਹ ਕੋਲ ਲਿਆਏ ਹਨ। ਸਤਿਗੁਰ ਕੇ ਢਿਗ ਲੈ ਕਰ ਆਏ, ਮਹਾਰਾਜ ਜੀ ਦੇ ਕੋਲ 6ਵੇਂ ਪਾਤਸ਼ਾਹ ਜੀ ਦੇ ਲਿਆ ਕੇ ਬਾਬਾ ਬਿਧੀ ਚੰਦ ਜੀ ਨੇ ਭਾਈ ਮੋਹਨ ਤੇ ਭਾਈ ਗੋਪਾਲੇ ਨੂੰ ਲੰਮਿਆਂ ਪਾ ਦਿੱਤਾ ਹੈ। ਉੱਠ ਕਰ ਪਿਖੇਰ ਦੇ ਪ੍ਰਿਆ ਪਾਏ, ਗੁਰੂ ਸਾਹਿਬ ਉੱਠ ਕੇ ਕੋਲ ਗਏ ਨੇ। 6ਵੇਂ ਪਾਤਸ਼ਾਹ ਆਪਣੇ ਪਿਆਰੇ ਸਿੱਖਾਂ ਵੱਲ ਵੇਖਿਆ ਹੈ। ਉਹਨਾਂ ਦੀਆਂ ਦੇਹਾਂ ਦੇ ਵਿੱਚੋਂ ਪ੍ਰਾਣ ਹੁਣ ਨਿਕਲਣ ਵਾਲੇ, ਇਹੋ ਜਿਹੀ ਹਾਲਤ ਦੂਰੋਂ ਦਿਸ ਰਹੀ ਹੈ। ਇੰਨੀਆਂ ਸੱਟਾਂ ਲੱਗੀਆਂ ਨੇ, ਗੋਲੀਆਂ ਲੱਗੀਆਂ ਨੇ, ਤੀਰ ਵੱਜੇ ਨੇ, ਤਲਵਾਰਾਂ ਦੇ ਫੱਟ ਵੱਜੇ ਨੇ, ਪਰ ਅਜੇ ਸਵਾਸ ਨਹੀਂ ਨਿਕਲੇ। ਹਾਂਜੀ, ਪੋਛਤ ਮੁਖ ਗਹ ਹੱਥ ਰੁਮਾਲ, ਮਹਾਰਾਜ ਨੇ ਆਪਣੇ ਹੱਥ 'ਚ ਰੁਮਾਲ ਲੈ ਲਿਆ ਤੇ ਆਪਣੇ ਦੋਵਾਂ ਬਹਾਦਰਾਂ ਦਾ ਚਿਹਰਾ ਪੂੰਝਣ ਲੱਗ ਪਏ ਆ। ਕਿਉਂਕਿ ਜਦੋਂ ਜੰਗ ਹੁੰਦਾ ਵਿੱਚ ਮਿੱਟੀ ਘਟਾ ਦਮਾਲਿਆਂ ਤੇ ਚਿਹਰੇ ਤੇ ਜੰਮਿਆ ਹੁੰਦਾ, ਲਹੂ ਵੀ ਜੰਮਿਆ ਹੁੰਦਾ, ਸੱਟਾਂ ਲੱਗੀਆਂ ਹੁੰਦੀਆਂ, ਤੇ ਮਹਾਰਾਜ ਆਪਣੇ ਹੱਥੀ ਚਿਹਰਾ ਪੂੰਝਦੇ ਆ। ਮੱਥੇ ਦੇ ਉੱਤੇ ਰੁਮਾਲ ਫੇਰਿਆ, ਗੱਲਾਂ ਤੇ, ਨੱਕ ਤੇ, ਅੱਖਾਂ ਤੇ। ਪਾਤਸ਼ਾਹ ਨੇ ਸਿੱਖਾਂ ਦਾ ਚਿਹਰਾ ਸਾਫ਼ ਕੀਤਾ। ਹਾਂਜੀ, ਸਾਦਰ ਬੋਲੇ ਗੁਰੂ ਕਿਰਪਾਲ, ਤੇ ਬੜੇ ਪਿਆਰ ਵਿੱਚ ਆ ਕੇ ਆਪਣੇ ਸ਼ਹੀਦਾਂ ਦਾ ਸਤਿਕਾਰ ਕਰਨ ਵਾਲੇ ਸਤਿਗੁਰੂ ਬੋਲੇ, ਭੋ ਮੋਹਨ ਸਿੱਖ ਸੁਨਹੁ ਗੋਪਾਲਾ। ਕਹਿੰਦੇ ਹਾਂ ਭਾਈ ਮੋਹਨ, ਹਾਂ ਭਾਈ ਗੋਪਾਲਾ,
ਦੱਸੋ ਕੀ ਚਾਹੀਦਾ ਤੁਹਾਨੂੰ? ਹਾਂਜੀ, ਤੁਮ ਪਿਆਰੇ ਮੋਹ ਕਹੋ ਸਦ ਕਾਹਲਾ। ਤੁਸੀਂ ਮੈਨੂੰ ਪਿਆਰੇ ਹੋ, ਮੈਨੂੰ ਜਾਨ ਨਾਲੋਂ ਪਿਆਰੇ ਹੋ, ਸਦਾ ਹੀ ਪਿਆਰੇ ਹੋ, ਤੇ ਤੁਸੀਂ ਮੇਰੇ ਪਿਆਰੇ ਹੋ। ਬਸ ਇਸ ਤੋਂ ਬਾਅਦ ਕੀ ਹੁਣ ਗੁਰੂ ਕੀ ਕਹਿ ਸਕਦਾ? ਜਿਸ ਨੂੰ ਗੁਰੂ ਕਹਿ ਦੇਵੇ ਵੀ ਤੁਸੀਂ ਮੇਰੇ ਪਿਆਰੇ ਹੋ, ਸਾਧ ਸੰਗਤ ਜੀ, ਫਿਰ ਉਸ ਤੋਂ ਵੱਡੀ ਉਪਮਾ ਕੋਈ ਹੈ ਹੀ ਨਹੀਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜੋ ਕਹੋ ਮੁਖੋਂ ਸੇਵਕ ਇਹ ਬੈਸੀਐ, ਸੁਖ ਨਾਨਕ ਅੰਤ ਨਾ ਪਾਏ। ਹੇ ਮਹਾਰਾਜ, ਉਹ ਦਿਨ ਜਦੋਂ ਆਵੇਗਾ, ਜਦੋਂ ਤੁਸੀਂ ਕਹੋਗੇ ਵੀ ਆ ਮੇਰੇ ਬੱਚੇ, ਆ ਮੇਰੇ ਸੇਵਕ, ਮੇਰੇ ਕੋਲ ਬਹਿ ਜਾ, ਉਸ ਸੁੱਖ ਦਾ ਕੋਈ ਅੰਤ ਨਹੀਂ ਹੋਵੇਗਾ। ਉਹ ਖੁਸ਼ੀ ਕਿੰਨੀ ਕੁ ਹੋਵੇਗੀ ਭਾਈ ਮੋਹਣ ਤੇ ਭਾਈ ਗੋਪਾਲੇ ਨੂੰ, ਜਦੋਂ ਮਹਾਰਾਜ ਕਹਿ ਰਹੇ ਨੇ ਤੁਸੀਂ ਸਾਡੇ ਪਿਆਰੇ ਹੋ। ਹਾਂਜੀ, ਮਨ ਬਾਂਛਤ ਬਰ ਜਾਚਨ ਕੀਜੈ। ਲਓ ਭਾਈ ਮੋਹਣ, ਭਾਈ ਗੋਪਾਲਾ, ਤੁਹਾਡੇ ਲਈ ਬਾਬੇ ਨਾਨਕ ਦਾ ਬੂਹਾ ਖੁੱਲਾ, ਜੋ ਮੰਗਣਾ ਮੰਗ ਲਓ। ਹਾਂਜੀ, ਤੁਮ ਤੇ ਕਛ ਨ ਅਦ ਜਨੀਜੈ। ਤੇ ਤੁਹਾਡੇ ਤੋਂ ਕੋਈ ਵਸਤੂ ਐਸੀ ਨਹੀਂ ਜਿਹੜੀ ਅਸੀਂ ਤੁਹਾਨੂੰ ਦੇ ਨਾ ਸਕੀਏ। ਆਖੋ ਸ੍ਰੀ ਵਾਹਿਗੁਰੂ। ਐਸੀ ਵਸਤ ਜਗਤ ਮੇਂ ਨਹੀਂ ਜੋ ਮੈਂ ਦਈ ਖਾਲਸੇ ਨਹੀਂ। ਐਸੀ ਦੁਨੀਆ ਤੇ ਕੋਈ ਚੀਜ਼ ਬਣੀ ਨਹੀਂ ਜੋ ਆਪਣੇ ਖਾਲਸੇ ਨੂੰ ਗੁਰੂ ਨਹੀਂ ਦੇ ਸਕਦਾ। ਸਾਰਾ ਕੁਝ ਹੀ ਦਿੱਤਾ। ਹਾਂਜੀ, ਅਤ ਪ੍ਰਸੰਨ ਹੋਇ ਕਰ ਹਮ ਭਾਖਾ। ਮਹਾਰਾਜ ਕਹਿੰਦੇ ਭਾਈ ਮੋਹਣ ਗੋਪਾਲਾ, ਅਸੀਂ ਖੁਸ਼ ਹੋ ਕੇ ਕਹਿ ਰਹੇ ਹਾਂ ਵੀ ਜੋ ਵੀ ਮੰਗੋਗੇ ਨਾ, ਅੱਜ ਤੁਹਾਡੇ ਲਈ ਉਹੀ ਹਾਜ਼ਰ ਕਰ ਦਿਆਂਗੇ। ਬਿਨ ਸ਼ੰਕਾ ਪਰ ਹੋ ਅਬਿਲਾਖਾ। ਬਿਨਾਂ ਸ਼ੰਕਾ ਆਪਣੀ ਇੱਛਾ ਪੂਰੀ ਕਰ ਲਓ, ਮੰਗ ਲਓ ਜੋ ਮੰਗਣਾ ਹੈ। ਜੇ ਜਗ ਮਹਿ ਜੀਵਨ ਕੋ ਚਾਹੋ। ਜੇ ਜਿਉਣਾ ਚਾਹੁੰਦੇ ਹੋ, ਇਸ ਸੰਸਾਰ 'ਚ ਰਹਿਣਾ ਚਾਹੁੰਦੇ ਹੋ, ਉਹ ਵੀ ਮੰਗ ਲਓ, ਤੁਹਾਨੂੰ ਜੀਵਨ ਦੇ ਦਿਆਂਗੇ, ਸਦਾ ਦਾ ਜੀਵਨ ਦੇ ਦਿਆਂਗੇ। ਹਾਂਜੀ, ਰਾਜ ਸਹਿਤ ਲਿਹੁ ਅਨੰਦ ਉਮਾਹੋ। ਰਾਜ ਵੀ ਦੇ ਦਿਆਂਗੇ। ਰਾਜ ਕਰਨਾ ਚਾਹੁੰਦੇ ਹੋ ਤੇ ਤੁਹਾਨੂੰ ਧਰਤੀ ਦੀ ਬਾਦਸ਼ਾਹੀ ਲੈ ਦਿਆਂਗੇ। ਹਾਂਜੀ, ਅਪਰ ਪਦਾਰਥ ਜੇ ਜਗ ਮਹੀਆ। ਹੋਰ ਸੰਸਾਰ 'ਚ ਜਿੰਨੇ ਵੀ ਪਦਾਰਥ ਨੇ, ਜਿੰਨੀਆਂ ਵੀ ਚੀਜ਼ਾਂ ਨੇ, ਜਿੰਨੇ ਰਾਜ ਭਾਗ ਸੁੱਖ ਆਰਾਮ, ਉਹ ਸਭ ਤੁਹਾਨੂੰ ਮਿਲਣਗੇ। ਹਾਂਜੀ, ਭੋਗਹੁ ਸਕਲ ਲੇਹੁ ਹਮ ਪਹੀਆ। ਲਓ ਸਾਡੇ ਕੋਲੋਂ ਰਾਜ ਭੋਗੋ, ਸੁੱਖ ਭੋਗੋ, ਜਿੰਨੇ ਵੀ ਦੁਨੀਆ ਦੇ ਸੁੱਖ ਨੇ ਤੁਹਾਨੂੰ ਮਿਲਣਗੇ, ਮੰਗੋ। ਹਾਂਜੀ, ਸੁਨ ਮੋਹਨ ਕਰ ਜੋਰ ਉਚਾਰਾ। ਸੱਚੇ ਪਾਤਸ਼ਾਹ ਮਹਾਰਾਜ ਦੇ ਬਚਨ ਸੁਣ ਕੇ ਭਾਈ ਮੋਹਣ ਜੀ ਬੋਲੇ ਹੱਥ ਜੋੜ ਕੇ। ਹਾਂਜੀ, ਮਿਲ ਹਮ ਦੁਆਨਿਤ ਕਰਤ ਵਿਚਾਰਾ। ਇਹ ਮਹਾਰਾਜ, ਮੈਂ ਤੇ ਭਾਈ ਗੋਪਾਲਾ ਦੋਵੇਂ ਇਕੱਠੇ ਹੀ ਰਹਿੰਦੇ ਸੀ, ਤੁਹਾਡੀ ਫੌਜ ਵਿੱਚ ਸੇਵਾ ਕਰਦੇ ਸੀ, ਘੋੜਿਆਂ ਨੂੰ ਪੱਠੇ ਪਾਣੇ, ਖਰਖਣਾ ਕਰਨਾ, ਗੱਤਕਾ ਸਿੱਖਣਾ, ਤੇ ਮਾਰੇ ਬਾਣੀ ਪੜ੍ਹਨੀ, ਹਰਿਮੰਦਰ ਸਾਹਿਬ ਬਹਿ ਕੇ ਕੀਰਤਨ ਸੁਣਨਾ, ਲੰਗਰ ਦੇ ਭਾਂਡੇ ਮਾਂਜਣੇ। ਜਿਹੜੇ ਜਦੋਂ ਅਸੀਂ ਇਕੱਠੇ ਹੋ ਕੇ ਗੱਲਾਂ ਕਰਨੀਆਂ ਤੇ ਅਸੀਂ ਦੋਵਾਂ ਨੇ ਇੱਕੋ ਹੀ ਗੱਲ ਕਰਨੀ, ਇੱਕੋ ਹੀ ਵਿਚਾਰ ਅਸੀਂ ਕਰਦੇ ਸੀ। ਪ੍ਰਾਨ ਅੰਤ ਜਬ ਹੋਏ ਹਮਾਰੇ। ਅਸੀਂ ਸੋਚਦੇ ਸੀ ਵੀ ਜਦੋਂ ਸਾਡਾ ਅੰਤ ਸਮਾਂ ਆਵੇਗਾ, ਜਦੋਂ ਇਸ ਸਰੀਰ 'ਚੋਂ ਸਾਡੀ ਰੂਹ ਨੇ ਉਡਾਰੀ ਮਾਰਨੀ ਹੈ, ਜਦੋਂ ਇਸ ਕਲਬੂਤ ਨੂੰ ਅਸੀਂ ਛੱਡਣਾ ਹੈ, ਤਬ ਸਤਿਗੁਰ ਨਿਜ ਨਿਕਟ ਨਿਹਾਰੇ। ਕਿੰਨਾ ਚੰਗਾ ਹੋਵੇ ਜੇ ਉਸ ਵੇਲੇ ਸਾਨੂੰ ਸਤਿਗੁਰਾਂ ਦੇ ਦਰਸ਼ਨ ਹੋਣ, ਛੇਵੇਂ ਪਾਤਸ਼ਾਹ ਦੇ। ਜਦੋਂ ਸਾਡੇ ਸਰੀਰ ਦਾ ਅੰਤ ਸਮਾਂ ਆਵੇ, ਉਦੋਂ ਅਸੀਂ ਕੁਝ ਹੋਰ ਨਾ ਦੇਖੀਏ, ਉਦੋਂ ਮਾਲਕਾਂ ਦੇ ਦਰਸ਼ਨ ਕਰੀਏ, ਮੀਰੀ ਪੀਰੀ ਦੇ ਮਾਲਕ ਦੇ। ਹਾਂਜੀ, ਇਹ ਨਿਤ ਹੋਤੀ ਕਾਮਨਾ ਹਮੈ। ਬਸ ਇਹੀ ਕਾਮਨਾ ਸੀ, ਇਹੀ ਇੱਛਾ ਸੀ ਵੀ ਮਹਾਰਾਜ ਛੇਵੇਂ ਪਾਤਸ਼ਾਹ ਦੇ ਅਖੀਰਲੇ ਸਮੇਂ ਦਰਸ਼ਨ ਹੋ ਜਾਣ। ਪ੍ਰਾਪਤ ਭਇਓ ਆਨ ਸੋ ਸਮੈ। ਉਹ ਸਮਾਂ ਮਹਾਰਾਜ ਸਾਨੂੰ ਮਿਲ ਗਿਆ। ਹੋਰ ਕੀ ਚਾਹੀਦਾ? ਜੋ ਅਸੀਂ ਚਾਹੁੰਦੇ ਹੁੰਦੇ ਸੀ, ਗੱਲਾਂ ਕਰਦੇ ਹੁੰਦੇ ਸੀ ਦੋਵੇਂ ਹੀ, ਵੀ ਜਦੋਂ ਅਖੀਰਲਾ ਸਵਾਸ ਆਵੇ ਤੇ ਮਹਾਰਾਜ ਛੇਵੇਂ ਪਾਤਸ਼ਾਹ ਦੇ ਦਰਸ਼ਨ ਹੋਣ, ਤੇ ਅਰਦਾਸ ਇਹ ਕਰਦੇ ਸੀ, ਉਹ ਤੁਸੀਂ ਸਾਡੀ ਪੂਰੀ ਕਰ ਦਿੱਤੀ ਹੈ। ਤੁਮ ਅੰਤਰ ਜਾਮੀ ਸਭ ਜਾਨਾ। ਇਹ ਮਹਾਰਾਜ, ਤੁਸੀਂ ਤੇ ਜਾਣੀ ਜਾਣੋ, ਅੰਤਰ ਜਾਮੀ ਹੋ। ਅਸੀਂ ਤੁਹਾਨੂੰ ਆਖਿਆ ਤੇ ਨਹੀਂ ਸੀ ਨਾ, ਅੰਦਰੋਂ ਹੀ ਸੋਚਿਆ ਸੀ। ਤੁਸੀਂ ਸਾਡੇ ਫੁਰਨੇ ਜਾਣ ਲਏ ਤੇ ਮਹਾਰਾਜ ਸਾਡਾ ਫੁਰਨਾ ਪੂਰਾ ਕਰ ਦਿੱਤਾ ਆਪ ਜੀ ਨੇ। ਸਾਡਾ ਅਖੀਰਲਾ ਸਮਾਂ ਆ ਗਿਆ ਤੇ ਹੁਣ ਸਾਨੂੰ ਤੁਹਾਡੇ ਦਰਸ਼ਨ ਵੀ ਹੋ ਰਹੇ ਨੇ, ਤੇ ਹੋਰ ਕੀ ਮੰਗੀਏ? ਜੋ ਮੰਗਿਆ ਸੀ ਉਹ ਤੇ ਮਿਲ ਗਿਆ ਪਾਤਸ਼ਾਹ ਜੀ। ਯਾ ਤੇ ਰਣ ਮਹਿ ਹਤੇ ਨ ਪ੍ਰਾਨ। ਇਸ ਕਰਕੇ ਮਹਾਰਾਜ ਜੰਗ 'ਚ ਅਸੀਂ ਪ੍ਰਾਣ ਨਹੀਂ ਛੱਡੇ, ਅਸੀਂ ਮਰੇ ਨਹੀਂ ਆ। ਅਸੀਂ ਉੱਥੇ ਮਰ ਜਾਂਦੇ, ਭਾਵ ਸ਼ਹੀਦ ਹੋ ਜਾਂਦੇ, ਤੁਹਾਡੇ ਦਰਸ਼ਨ ਨਹੀਂ ਸੀ ਹੋਣੇ। ਇਸੇ ਕਰਕੇ ਸਾਡੇ ਸਵਾਸ ਰੁਕੇ ਹੋਏ ਨੇ, ਅੜੇ ਹੋਏ ਨੇ ਸਰੀਰ ਦੇ ਵਿੱਚ, ਵੀ ਛੇਵੇਂ ਪਾਤਸ਼ਾਹ ਦੇ ਦਰਸ਼ਨ ਕਰਕੇ ਸਵਾਸ ਛੱਡਾਂਗੇ। ਅਬ ਦਰਸ਼ਨ ਤੁਮ ਦਿਓ ਕਿਰਪਾਲ। ਆਪ ਜੀ ਨੇ ਬੜੀ ਮਿਹਰ ਕੀਤੀ, ਸਾਨੂੰ ਦਰਸ਼ਨ ਦੇ ਤੇ ਸੱਚੇ ਪਾਤਸ਼ਾਹ ਜੀਓ। ਇਸ ਤੇ ਲਾਭ ਨ ਅਪਰ ਵਿਸਾਲ। ਇਸ ਤੋਂ ਵੱਡਾ ਹੋਰ ਕਿਹੜਾ ਲਾਭ ਹੋਣਾ, ਕਿਹੜਾ ਫਾਇਦਾ ਹੋਣਾ? ਸਾਰੇ ਫਾਇਦੇ ਮਿਲ ਗਏ ਸਾਨੂੰ, ਆਪ ਦੇ ਦਰਸ਼ਨ ਹੋ ਗਏ ਅਖੀਰਲੇ ਸਮੇਂ। ਜੋਗੀ ਜਤੀ ਤਪੀ ਬ੍ਰਹਮਚਾਰੀ। ਇਹ ਮਹਾਰਾਜ ਜੋਗੀ ਜਤੀ
ਤਪੀ, ਬ੍ਰਹਮਚਾਰੀ, ਰਿਸ਼ੀ ਮੁਨੀ, ਬੜੇ ਬੜੇ ਤਪਸਵੀ ਜਿਹੜੀ ਚੀਜ਼ ਨੂੰ ਪਾਣਾ ਚਾਹੁੰਦੇ ਆ, ਐਡਾ ਯੋਗ ਸਾਧਦੇ ਆ, ਇੰਨਾ ਤਪ ਕਰਦੇ, ਕਾਹਦੇ ਵਾਸਤੇ? ਵੀ ਜਦੋਂ ਅਖੀਰਲਾ ਸਮਾਂ ਆਵੇ ਉਦੋਂ ਦਰਸ਼ਨ ਹੋਣ। ਇੰਨੀ ਬੰਦਗੀ ਕਰਦੇ ਆ, ਜਪ ਤਪ ਕਰਦੇ ਆ ਵੀ ਜਦੋਂ ਅਖੀਰਲਾ ਸਵਾਸ ਆਵੇ ਉਦੋਂ ਕੋਈ ਹੋਰ ਮਾੜਾ ਫੁਰਨਾ ਨਾ ਉੱਠੇ, ਉਦੋਂ ਮਹਾਰਾਜ ਦਾ ਸਰੂਪ ਵੇਖੀਏ ਤੇ ਸਰੀਰ ਛੱਡੀਏ। ਪਰ ਮਹਾਰਾਜ ਉਹਨਾਂ ਨੂੰ ਮਿਲਦੀ ਨਹੀਂ ਦਾਤ, ਜੋਗੀਆਂ ਨੂੰ, ਜਤੀਆਂ ਤਪੀਆਂ ਨੂੰ ਤੁਹਾਡੇ ਦਰਸ਼ਨ ਅਖੀਰਲੇ ਸਮੇਂ ਨਹੀਂ ਮਿਲਦੇ। ਪਰ ਪਰਮੇਸ਼ਰ ਜੀ ਸਾਨੂੰ ਦਰਸ਼ਨ ਹੋ ਗਏ। ਅਹੋ ਭਾਗ ਮੇਰੇ ਪ੍ਰਭੂ ਦਰਸ਼ ਪਾਏ। ਮਹਾਰਾਜ ਸਾਡੇ ਭਾਗ ਧਨ ਨੇ, ਆਪ ਜੀ ਦੇ ਦਰਸ਼ਨ ਹੋ ਗਏ ਨੇ। ਭਗਤ ਗਿਆਨੀ ਚਾਹ ਸੁਖ ਭਾਰੀ। ਬੜੇ ਬੜੇ ਭਗਤ, ਬੜੇ ਬੜੇ ਗਿਆਨੀ ਜਿਹੜੇ ਸੁੱਖ ਨੂੰ ਤਰਸਦੇ ਨੇ ਵੀ ਅਖੀਰਲੇ ਸਮੇਂ ਮਹਾਰਾਜ ਤੁਹਾਡਾ ਧਿਆਨ ਹੋਵੇ, ਤੁਹਾਡੇ ਦਰਸ਼ਨ ਹੋਣ। ਅੰਤ ਸਮੇਂ ਦਰਸ਼ਨ ਕੋ ਚਾਹਤ। ਅੰਤ ਸਮੇਂ ਦੇ ਦਰਸ਼ਨ ਸਾਰੇ ਲੋਚਦੇ ਨੇ। ਇਸ ਹਿਤ ਘਲ ਹੈ ਕਾਲ ਉਮਾਹਤ। ਇਹਦੇ ਵਾਸਤੇ ਘਾਲਣਾ ਘਾਲਦੇ ਨੇ, ਤਪੱਸਿਆ ਕਰਦੇ ਨੇ। ਨਹ ਜਾਚਨ ਕੁਛ ਇੱਛਾ ਨਾਥ। ਹੇ ਮਹਾਰਾਜ ਹੋਰ ਹੁਣ ਕੁਛ ਮੰਗਣ ਦੀ ਇੱਛਾ ਹੀ ਨਹੀਂ ਰਹਿ ਗਈ। ਸਭੇ ਇੱਛਾ ਪੂਰੀਆਂ ਜਾਂ ਪਾਇਆ ਅਗਮ ਅਪਾਰਾ। ਹੁਣ ਆਪ ਜੀ ਦੇ ਦਰਸ਼ਨ ਹੋ ਗਏ, ਸਾਰੀਆਂ ਇੱਛਾ ਪੂਰੀਆਂ ਹੋ ਗਈਆਂ ਜੀ। ਹਲਤ ਪਲਤ ਮਹਿ ਰੱਖੋ ਸਾਥ। ਮਹਾਰਾਜ ਇਸ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਆਪਣੇ ਚਰਨਾਂ 'ਚ ਹੀ ਰੱਖਿਆ ਜੇ, ਆਪਣੇ ਸਾਥ ਹੀ ਰੱਖਿਆ ਜੇ, ਆਪਣੇ ਚਰਨਾਂ ਤੋਂ ਦੂਰ ਨਾ ਕਰਿਆ ਜੇ। ਜਹ ਜਹ ਹੋਏ ਅਵਤਾਰ ਤੁਮਾਰਾ। ਮਹਾਰਾਜ ਜਿੱਥੇ ਜਿੱਥੇ ਵੀ ਅਗਲੇ ਸਮੇਂ ਅਵਤਾਰ ਧਾਰੋ, ਕਿਉਂਕਿ ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਮਹਾਰਾਜ ਹਰ ਯੁੱਗ ਵਿੱਚ ਤੁਹਾਡਾ ਅਵਤਾਰ ਹੁੰਦਾ ਹੈ। ਇਸ ਯੁੱਗ 'ਚ ਤੁਹਾਡਾ ਅਵਤਾਰ ਹੋਇਆ, ਜੇ ਅੱਗੇ ਵੀ ਅਵਤਾਰ ਧਾਰੋਗੇ ਤਹ ਤਹ ਰੱਖੋ ਸੰਗ ਉਦਾਰਾ। ਸਾਨੂੰ ਨਾਲ ਹੀ ਰੱਖਿਆ ਜੇ ਆਪਣੀ ਸੇਵਾ 'ਚ। ਨਾ ਸਾਨੂੰ ਜਨਮ ਮਰਨ ਤੋਂ ਖਹਿੜਾ ਛੁਡਾਉਣ ਦੀ ਇੱਛਾ, ਨਾ ਸਾਨੂੰ ਮੁਕਤੀ ਚਾਹੀਦੀ ਹੈ, ਨਾ ਰਾਜ ਚਾਹੀਦਾ। ਰਾਜ ਨਾ ਚਾਹੋ, ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ। ਸਾਧ ਸੰਗਤ ਜੀ ਜਿੱਥੇ ਇਹ ਖੇਡ ਹੈ ਨਾ, ਇਹ ਬੜੀ ਉੱਪਰ ਹੈ, ਇੱਥੇ ਕੋਈ ਨਹੀਂ ਪਹੁੰਚ ਸਕਦਾ। ਇਹ ਬਹੁਤ ਕਠਿਨ ਖੇਡ ਹੈ। ਆਪਾਂ ਸਾਰੇ ਮੁਕਤੀ ਤੱਕ, ਵੈਸੇ ਤਾਂ ਮੁਕਤੀ ਤੱਕ ਵੀ ਕੋਈ ਕੋਈ ਜਾਂਦਾ, ਪਰ ਚਲੋ ਆਪਾਂ ਹੱਦ ਮੰਗ ਲਾਂਗੇ, ਮੁਕਤੀ ਮੰਗ ਲਾਂਗੇ। ਪਰ ਜਿਹੜੀ ਭਾਈ ਮੋਹਣ ਤੇ ਭਾਈ ਗੋਪਾਲਾ ਮੰਗ ਰਹੇ ਨੇ, ਉਹ ਤਾਂ ਬੜੀ ਔਖੀ ਖੇਡ ਹੈ। ਵੀ ਮਹਾਰਾਜ ਜਿੱਥੇ ਤੁਹਾਡਾ ਅਵਤਾਰ ਹੋਵੇ ਸਾਨੂੰ ਫਿਰ ਸੇਵਾ 'ਚ ਮੰਗਾ ਲਿਆ ਜੇ। ਅਸੀਂ ਤੁਹਾਡੇ ਤੋਂ ਦੂਰ ਨਹੀਂ ਹੋਣਾ ਚਾਹੁੰਦੇ। ਮੁਕਤੀ ਮਕਤੀ ਦੀ ਸਾਨੂੰ ਇੱਛਾ ਹੀ ਕੋਈ ਨਹੀਂ। ਹਾਂਜੀ। ਕਛੂ ਨਾ ਜਾਚਨ ਕਰ ਹੈ ਕਬਹੂ। ਮਹਾਰਾਜ ਇੱਕ ਹੋਰ ਬੇਨਤੀ ਵੀ, ਕਦੀ ਮੰਗਣ ਦੀ ਇੱਛਾ ਹੀ ਨਾ ਹੋਵੇ, ਕੋਈ ਇੱਛਾ ਰਵੇ ਨਾ। ਕੀ ਮੰਗਣਾ ਐ ਜੀ? ਕਿਆ ਮੰਗੋ ਕਿਛ ਰਹਿ ਨਾ ਦੀਸਾ, ਇਸ ਜਗ ਮੈਂ ਆਇਆ ਜਾਈ। ਇਸ ਦੁਨੀਆ 'ਚ ਜਿਹੜੀ ਵੀ ਚੀਜ਼ ਮੰਗਾਂਗੇ ਉਹ ਚਲੀ ਜਾਣੀ ਹੈ, 100 ਸਾਲ ਰੱਖ ਕੇ ਫਿਰ ਚਲੀ ਜਾਣੀ ਹੈ। ਇਸ ਕਰਕੇ ਜਿਹੜੀ ਚੀਜ਼ ਚਲੀ ਜਾਣੀ ਉਹਦਾ ਕਿਆ ਮੰਗਣਾ ਹੋਇਆ। ਹਾਂਜੀ। ਰਹਿ ਸੰਗ ਦੀ ਜੈ ਬਰ ਅਬ ਹੂੰ। ਬਸ ਤੁਹਾਡੀ ਸੰਗਤ ਮਿਲੇ, ਸਦਾ ਤੁਹਾਡੇ ਚਰਨਾਂ 'ਚ ਰਹੀਏ, ਇਹ ਵਰ ਦਿਓ ਮਹਾਰਾਜ ਜੀ। ਅਪਰਜ ਮਰੇ ਸੁਬਟ ਰਣਮਾਹੂ। ਔਰ ਜਿਹੜੇ ਸਾਡੇ ਨਾਲ ਸਿੰਘ ਸ਼ਹੀਦ ਹੋ ਗਏ ਨੇ, ਜਿਹੜੇ ਭਾਈ ਨਿਹਾਲੂ ਜੀ, ਭਾਈ ਨਵਲਾ ਜੀ, ਭਾਈ ਤੋਤਾ ਜੀ, ਭਾਈ ਤਰਲੋਕਾ ਜੀ ਵਰਗੇ ਸੂਰਮੇ ਸ਼ਹੀਦੀਆਂ ਪਾ ਗਏ, ਭਾਈ ਭਾਨੂ ਜੱਟੂ ਵਰਗੇ ਸ਼ਹੀਦ ਹੋ ਗਏ ਨੇ। ਆਪਣੇ ਲੋਕ ਰੱਖਿਆ ਹੈ ਪਾਹੂ। ਇਹਨਾਂ ਸਾਰਿਆਂ ਨੂੰ ਆਪਣੇ ਚਰਨਾਂ 'ਚ ਰੱਖਿਆ ਜੇ। ਇਹਨਾਂ ਸਿੱਖਾਂ ਨੂੰ ਮਹਾਰਾਜ ਕਿੱਧਰ ਹੋਰ ਚੱਕਰ 'ਚ ਨਾ ਪਾਇਆ ਜੇ। ਬਸ ਇਹੀ ਬੇਨਤੀ ਹੈ ਆਪ ਜੀ ਦੇ ਚਰਨਾਂ ਵਿੱਚ। ਸ਼੍ਰੀ ਗੁਰੂ ਸੁਨਤ ਵਿਸਾਲ ਪ੍ਰਸੰਨ। ਇਹ ਸੁਣ ਕੇ ਸਤਿਗੁਰੂ ਪ੍ਰਸੰਨ ਹੋ ਗਏ। ਮਹਾਰਾਜ ਛੇਵੇਂ ਪਾਤਸ਼ਾਹ ਜੀ ਪਰ ਉਪਕਾਰੀ ਮੋਹਨ ਧਨ। ਤੇ ਮਹਾਰਾਜ ਦੇ ਮੂੰਹ ਤੋਂ ਨਿਕਲਿਆ, ਭਾਈ ਮੋਹਨ ਪਰ ਉਪਕਾਰੀ ਧਨ ਹੈ। ਆਪਣੇ ਲਈ ਕੁਛ ਨਹੀਂ ਮੰਗਿਆ, ਗੁਰੂ ਦੇ ਸਿੱਖਾਂ ਲਈ, ਗੁਰੂ ਕੀ ਸੰਗਤ ਲਈ, ਗੁਰੂ ਦੀ ਫੌਜ ਲਈ ਮੰਗਿਆ ਹੈ। ਹਾਂਜੀ। ਚਿਮਤਾ ਜਾਚਨ ਕੀਨਸ ਅਬੈ। ਮਹਾਰਾਜ ਕਹਿੰਦੇ ਭਾਈ ਮੋਹਨ ਜਿਵੇਂ ਤੁਸੀਂ ਮੰਗਿਆ ਹੈ, ਤਿਸੀ ਰੀਤ ਹੋ ਵਹਿਗੀ ਸਭਾ। ਅਸੀਂ ਉਹ ਸਾਰਾ ਕੁਝ ਦੇਵਾਂਗੇ, ਤੁਸੀਂ ਸਦਾ ਸਾਡੇ ਨਾਲ ਰਹੋਗੇ। ਅੱਜ ਜਿੰਨੇ ਸ਼ਹੀਦ ਹੋਏ ਨੇ ਸਾਰੇ ਸੱਚਖੰਡ ਸਾਡੇ ਕੋਲ ਰਹਿਣਗੇ। ਇਹ ਸਾਡਾ ਖਜ਼ਾਨਾ ਹੈ, ਸ਼ਹੀਦ ਗੁਰੂ ਦਾ ਖਜ਼ਾਨਾ ਹੈ। ਸਾਧ ਸੰਗਤ ਜੀ ਕਈ ਵਾਰੀ ਨਾ ਮੇਰੇ ਵਰਗੇ ਐਵੇਂ ਹੀ ਟੱਪਣ ਲੱਗ ਜਾਂਦੇ ਆ, ਉਹ ਜੀ ਪੰਥ ਦਾ ਕੀ ਬਣੇਗਾ, ਪੰਥ ਨੂੰ ਕੀ ਹੋਏਗਾ, ਹੈਂ ਪੰਥ ਨੂੰ ਆਹ ਹੋ ਗਿਆ, ਪੰਥ ਨੂੰ ਹੋ ਗਿਆ। ਅੱਜ ਜਿਹਨੂੰ ਅਸੀਂ ਪੰਥ ਸਮਝਦੇ ਹਾਂ, ਪੰਥ ਪੁੰਥ ਕੋਈ ਨਹੀਂ ਮਾਫ਼ ਕਰਨਾ ਮੈਨੂੰ। ਇਹਦੇ ਪਾਪਾ ਰੌਲੇ ਦਾ ਪੰਥ ਇਕੱਠਾ ਕੀਤਾ ਹੋਇਆ। ਜਿਹੜਾ ਗੁਰੂ ਦਾ ਪੰਥ ਹੈ ਉਹਨੂੰ ਖਤਰਾ ਹੀ ਕੋਈ ਨਹੀਂ। ਜਿੰਨੀਆਂ ਮਰਜ਼ੀ ਤੇਗਾਂ ਚੱਲੀ ਜਾਣ, ਤੋਪਾਂ ਚੱਲੀ ਜਾਣ, ਜਿੰਨੇ ਮਰਜ਼ੀ ਹੋਈ ਜਾਣ ਤੂਫਾਨ ਹਨੇਰੀਆਂ, ਕਿਉਂ?
ਮਹਾਰਾਜ ਨੇ ਸ਼ਹੀਦਾਂ ਸਿੰਘਾਂ ਨੂੰ ਸੱਚਖੰਡ 'ਚ ਰਿਜ਼ਰਵ ਰੱਖਿਆ ਹੋਇਆ, ਉੱਥੋਂ ਭੇਜ ਦੇਣਾ। ਇੱਕ ਸਿੰਘ ਭੇਜ ਦੇਣਾ, ਸਾਰਿਆਂ ਦਾ ਬੇੜਾ ਬੰਨੇ ਲਾ ਦੇਣਾ। ਆਪਾਂ ਕਿਉਂ ਘਬਰਾਉਂਦੇ ਹਾਂ? ਸਿਰ ਉੱਪਰ ਠਾਡਾ ਗੁਰਸੂਰਾ, ਨਾਨਕ ਤਾਕੇ ਕਾਰਜ ਪੂਰਾ। ਮਹਾਰਾਜ ਕਹਿੰਦੇ ਰਿਜ਼ਰਵ ਕੋਟਾ ਸ਼ਹੀਦਾਂ ਸਿੰਘਾਂ ਦਾ, ਮੁੱਕਣ ਹੀ ਨਹੀਂ ਦੇਣਾ। ਤੇ ਫਿਰ ਭੇਜ ਦਿੰਦਾ। ਆ ਜਿਹੜੇ ਸਿੰਘ ਸੂਰਮੇ ਸਾਡੇ ਘਰਾਂ 'ਚ ਜੰਮਦੇ ਪਏ ਆ, ਉਹੀ ਨੇ ਜਿਹੜੇ ਪਿੱਛੇ ਸ਼ਹੀਦ ਹੁੰਦੇ। ਉਹ ਫਿਰ ਖੰਡਾ ਚੁੱਕ ਲੈਂਦੇ ਆ, ਫਿਰ ਖੜਕਾ ਦਿੰਦੇ ਆ। ਪਰ ਸਾਨੂੰ ਉਦੋਂ ਪਤਾ ਲੱਗਦਾ ਜਦੋਂ ਕਲਾ ਵਰਤ ਜਾਂਦੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਭਾਈ ਇਹ ਸਾਰੇ ਸ਼ਹੀਦ ਸਾਡੇ ਕੋਲ ਰਹਿਣਗੇ, ਇਹ ਸਾਡਾ ਖਜ਼ਾਨਾ ਹੈ। ਹਾਂਜੀ। ਸ਼੍ਰੀ ਹਰਗੋਬਿੰਦ ਅਗਰ ਨਿਹਾਰੇ। ਮਹਾਰਾਜ 6ਵੇਂ ਪਾਤਸ਼ਾਹ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਭਾਈ ਮੋਹਣ ਭਾਈ ਗੋਪਾਲੇ ਵੱਲ ਤੱਕਿਆ, ਮਿਹਰ ਦੀ ਦ੍ਰਿਸ਼ਟੀ ਕੀਤੀ ਹੈ। ਦੋਨੋਂ ਤਬ ਪਰਲੋਕ ਪਧਾਰੇ। ਗੁਰੂ ਸਾਹਿਬ ਦੇ ਦੇਖਦਿਆਂ ਦੇਖਦਿਆਂ ਸਵਾਸ ਪੂਰੇ ਹੋ ਗਏ। ਭਾਈ ਮੋਹਣ ਭਾਈ ਗੋਪਾਲਾ ਗੁਰੂ ਦੇ ਚਰਨਾਂ 'ਚ ਲੀਨ ਹੋ ਗਏ ਨੇ। ਧੰਨ ਮਰਨ ਤਿਨ ਕੋ ਜਗ ਭਇਓ। ਆਹਾ, ਕਵੀਰਾਜ ਭਾਈ ਸੰਤੋਖ ਸਿੰਘ ਸਾਹਿਬ ਜੀ ਕਹਿੰਦੇ ਆ ਧੰਨ ਹੋ ਗਿਆ ਉਹਨਾਂ ਦਾ ਮਰਨਾ। ਜਿਉਣਾ ਦੇ ਧੰਨ ਸੀ, ਉਹਨਾਂ ਦਾ ਮਰਨਾ ਵੀ ਧੰਨ ਹੋ ਗਿਆ। ਹਾਂਜੀ। ਅੰਤ ਸਮੇਂ ਪ੍ਰਭ ਕੋ ਦਰਸਾਇਓ। ਅੰਤ ਸਮੇਂ ਪਰਮੇਸ਼ਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ 6ਵੇਂ ਪਾਤਸ਼ਾਹ ਦੇ ਦਰਸ਼ਨ ਕੀਤੇ ਹਨ। ਸਭਨ ਕੋ ਇਸ਼ਨਾਨ ਕਰਾਇਓ। ਮਹਾਰਾਜ ਨੇ ਸਾਰੇ ਸ਼ਹੀਦਾਂ ਦਾ ਸੰਸਕਾਰ ਕਰਨ ਤੋਂ ਪਹਿਲਾਂ ਆਪਣੇ ਹੱਥੀਂ ਇਸ਼ਨਾਨ ਵੀ ਕਰਾਇਆ। ਮਹਾਰਾਜ ਕਹਿੰਦੇ ਜਾਓ ਹਰਿਮੰਦਰ ਸਾਹਿਬ ਸਰੋਵਰ 'ਚੋਂ ਬਾਲਟੀਆਂ ਭਰ ਭਰ ਕੇ ਲਈ ਆਓ, ਡੋਲੇ ਭਰ ਭਰ ਕੇ, ਤੇ ਆਪਾਂ ਸ਼ਹੀਦਾਂ ਨੂੰ ਇਸ਼ਨਾਨ ਕਰਾਈਏ। ਬਸਤਰ ਨਵੀਨ ਮਗਾਏ ਸੋ ਪਾਏ। ਨਵੇਂ ਬਸਤਰ ਸ਼ਹੀਦਾਂ ਦੇ ਉੱਤੇ ਪਾਏ, ਚਾਦਰੇ ਪਾਏ, ਚੋਲੇ ਪਾਏ। ਜਿੰਨਾ ਕੁ ਮਹਾਰਾਜ ਉਸ ਵੇਲੇ ਬੰਦੋਬਸਤ ਕੀਤਾ, ਸ਼ਹੀਦਾਂ ਸਿੰਘਾਂ ਦੇ ਸੰਸਕਾਰ ਸੋਹਣੇ ਢੰਗ ਨਾਲ ਕੀਤੇ। ਹਾਂਜੀ। ਇੱਕ ਹੋ ਚਿਖਾ ਬਣਾਏ ਵਿਸਾਲਾ। ਇੱਕ ਵੱਡੀ ਸਾਰੀ ਚਿਖਾ ਬਣਾ ਕੇ ਗੁਰੂ ਕੇ ਮਹਿਲਾਂ ਦੇ ਨੇੜੇ ਗੁਰ ਭਾਈ ਗੁਰਮੁਖ ਸਿੱਖ ਜਾਲਾ। ਆਪਣੇ ਗੁਰਮੁਖਾਂ ਗੁਰਸਿੱਖਾਂ ਗੁਰੂ ਭਾਈਆਂ ਨੂੰ, ਜਿਹੜੇ ਗੁਰੂ ਦੇ ਪਿਆਰ ਵਾਲੇ ਗੁਰੂ ਦੇ ਪੁੱਤਰ ਹਨ, ਗੁਰਸਿੱਖਾਂ ਮਿੱਤਾਂ ਪਾਈਆਂ ਭਾ ਇੱਕੋ ਜਿਹਾ, ਉਹਨਾਂ ਸਾਰਿਆਂ ਗੁਰੂ ਕੇ ਲਾਲਾ ਨੂੰ ਈਂਦਨ ਗਨ ਕੋ ਉਪਰ ਡਾਰਾ। ਸੋ ਸਾਧ ਸੰਗਤ ਜੀ, ਉੱਤੇ ਈਂਧਨ ਭਾਵ ਬਾਲਣ ਪਾ ਕੇ ਥੱਲੇ ਵੀ ਉੱਤੇ ਵੀ ਵੱਡਾ ਸਾਰਾ ਅੰਗੀਠਾ ਚਿਣ ਦਿੱਤਾ ਗਿਆ। ਆਪ ਗੁਰੂ ਕਰ ਲਾਂਬੂ ਧਾਰਾ। ਆਪ 6ਵੇਂ ਪਾਤਸ਼ਾਹ ਆਪਣੇ ਹੱਥ ਵਿੱਚ ਲਾਂਬੂ ਲਾਇਆ, ਫੜਿਆ। ਹਾਂਜੀ। ਗਤ ਸਮੀਪ ਸਭ ਹਨ ਕੋ ਦਈ। ਔਰ ਆਪਣੇ ਹੱਥੀਂ ਉਹਨਾਂ ਦਾ ਸੰਸਕਾਰ ਕੀਤਾ। ਤੇ ਜਿਹੜੀ ਸਮੀਪ ਮੁਕਤੀ ਹੁੰਦੀ ਹੈ ਨਾ, ਉਹ ਮਹਾਰਾਜ ਨੇ ਦਿੱਤੀ, ਆਪਣੇ ਨਾਲ ਆਪਣੇ ਕੋਲ ਹੀ ਰੱਖ ਲਿਆ। ਹਾਂਜੀ। ਜੈ ਜੈ ਧੁਨ ਸਭ ਕੇ ਮੁਖ ਪਹੀ। ਜੈ ਜੈਕਾਰ ਹੋਈ ਮਹਾਰਾਜ ਦੇ ਨਾਂ ਦੀ। ਧੰਨ ਗੁਰੂ ਹਰਗੋਬਿੰਦ ਸਾਹਿਬ, ਧੰਨ ਗੁਰੂ ਹਰਗੋਬਿੰਦ ਸਾਹਿਬ। ਇਉਂ ਮਹਾਰਾਜ ਨੇ ਸ਼ਹੀਦਾਂ ਸਿੰਘਾਂ ਦਾ ਸੰਸਕਾਰ ਸ੍ਰੀ ਅੰਮ੍ਰਿਤਸਰ ਗੁਰੂ ਕੇ ਮਹਿਲਾਂ ਦੇ ਲਾਗੇ ਕਰ ਦਿੱਤਾ। ਚੰਦਨ ਕ੍ਰਿਤ ਸਦਨ ਤੇ ਲਿਆਏ। ਕਹਿੰਦੇ ਚੰਦਨ ਘਿਓ ਆਦਿਕ ਪਦਾਰਥ ਗੁਰੂ ਘਰ ਚੋਂ ਲਿਆ ਕੇ ਨਾ, ਮਹਾਰਾਜ ਨੇ ਘੜਿਆਂ ਦੇ ਘੜੇ ਘਿਓ ਦੇ ਉੱਤੇ ਪਾ ਦਿੱਤੇ ਸ਼ਹੀਦਾਂ ਦੇ। ਹਾਂਜੀ। ਬਿੰਦ ਚਖਾ ਪਰ ਸਗਰੋ ਪਾਏ। ਚੰਦਨ ਵੀ ਉੱਤੇ ਪਾਇਆ ਤੇ ਬੜੇ ਸਤਿਕਾਰ ਨਾਲ ਸੰਸਕਾਰ ਕੀਤਾ ਸ਼ਹੀਦਾਂ ਸਿੱਖਾਂ ਦਾ। ਨਭ ਤੇ ਗਨ ਬਿਮਾਨ ਤਬ ਆਏ। ਉਸ ਵੇਲੇ ਆਕਾਸ਼ ਮੰਡਲ ਤੋਂ ਦੇਵਤੇ ਵਿਮਾਨ ਲੈ ਕੇ ਆਏ ਨੇ। ਸਾਦਰ ਗੁਰ ਕੇ ਸਿੱਖ ਚੜਾਏ। ਇਹਨਾਂ ਨੂੰ ਵਿਮਾਨ ਵਿੱਚ ਚੜਾ ਕੇ ਸ਼ਹੀਦਾਂ ਸਿੰਘਾਂ ਨੂੰ ਲੈ ਚੱਲੇ ਨੇ। ਦੇਵਤੇ ਜੈ ਜੈਕਾਰ ਕਰ ਰਹੇ ਨੇ। ਪਹੁੰਚਾਏ ਸਤਿਗੁਰ ਕੇ ਲੋਕ। ਸਤਿਗੁਰੂ ਦੇ ਲੋਕ ਸੱਚਖੰਡ, ਜਿੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਮੰਡਲ ਹੈ, ਉੱਥੇ ਪਹੁੰਚਾ ਦਿੱਤੇ। ਜਹ ਮਦ ਮਾਨ ਮੋਹ ਨਹ ਸ਼ੋਕ। ਜਿੱਥੇ ਨਾ ਮਦ ਹੈ, ਨਾ ਮਾਣ ਹੈ, ਨਾ ਹਰਖ ਹੈ, ਨਾ ਸੋਗ ਹੈ, ਜਿੱਥੇ ਸਦਾ ਹੀ ਬੇਗਮਪੁਰਾ ਹੈ, ਸੱਚਖੰਡ ਵਸੈ ਨਿਰੰਕਾਰ, ਉੱਥੇ ਪਹੁੰਚ ਗਏ ਸਾਰੇ ਸ਼ਹੀਦ। ਹਾਂਜੀ। ਜਰਾ ਮਰਨ ਕੋ ਲੇਸ਼ ਨ ਜਹਾਂ। ਜਿੱਥੇ ਨਾ ਜੰਮਣ ਹੈ, ਨਾ ਮਰਨ ਹੈ, ਨਾ ਬੁਢੇਪਾ ਹੈ, ਨਾ ਹਰਖ ਹੈ, ਨਾ ਸੋਗ ਹੈ, ਸਦਾ ਹੀ ਆਨੰਦ ਹੈ। ਪਦਵੀ ਅਚਲ ਥਰੇ ਚਲ ਤਹਾਂ। ਸੋ ਉੱਥੇ ਸਾਧ ਸੰਗਤ ਜੀ ਇਹ ਪਹੁੰਚੇ ਹਨ ਸ਼ਹੀਦ ਸਿੰਘ। ਇਹਨਾਂ ਦਾ ਮਹਾਰਾਜ ਨੇ ਸੰਸਕਾਰ ਕੀਤਾ ਹੈ। ਅਗਲੀ ਕਥਾ ਆਪਾਂ ਬੜੇ ਪ੍ਰੇਮ ਨਾਲ ਸਰਵਣ ਕਰਾਂਗੇ।